हाँ जी ਡੀਅਰ स्टूडेंट्स, मैं अगला टॉपिक ਜਿਹੜਾ ਤੁਹਾਡਾ ਹੁਣ ਡਿਸਕਸ ਕਰ ਰਿਹਾ ਉਹ BA ਫਸਟ ਸੈਮ ਦਾ ਹੈ। ਟੌਪਿਕ ਦਾ ਨਾਮ ਹੈ ਰਾਜ ਅਤੇ ਸਰਕਾਰ ਵਿੱਚ ਅੰਤਰ, ਡਿਫਰੈਂਸ ਬਿਟਵੀਨ ਸਟੇਟ ਐਂਡ ਗਵਰਨਮੈਂਟ। ਇਹਦੇ ਵਿੱਚ ਸਭ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਰਾਜ ਕੀ ਹੈ ਤੇ ਸਰਕਾਰ ਕੀ ਹੈ। ਰਾਜ ਤੁਹਾਨੂੰ ਪਤਾ ਹੀ ਹੈ, ਜਿਹਦੇ ਕੋਲ ਜਿਸ ਦੇ ਵਿੱਚ 4 ਐਲੀਮੈਂਟਸ ਹੁੰਦੇ ਹਨ ਉਹਨੂੰ ਅਸੀਂ ਰਾਜ ਕਹਿੰਦੇ ਹਾਂ, ਤੇ ਸਰਕਾਰ ਜਿਹੜਾ ਹੈ ਉਹ ਖੁਦ ਹੀ ਰਾਜ ਦਾ ਇੱਕ ਐਲੀਮੈਂਟ ਹੈ, ਇੱਕ ਤੱਤ ਹੈ। ਹੁਣ ਅਸੀਂ ਦੇਖਦੇ ਹਾਂ ਕਿ ਰਾਜ ਅਤੇ ਸਰਕਾਰ ਜਿਹੜੇ ਹੈਗੇ ਆ ਕਿਸ ਤਰ੍ਹਾਂ ਦੋਨਾਂ ਦੇ ਵਿੱਚ ਅੰਤਰ ਪਾਏ ਜਾਂਦੇ ਹਨ। ਇਸ ਦੇ ਵਿੱਚ ਪਹਿਲਾ ਪੁਆਇੰਟ ਹੈ ਜੀ, ਰਾਜ ਪੂਰਨ ਹੈ ਜਦਕਿ ਸਰਕਾਰ ਇਸ ਦਾ ਇੱਕ ਹਿੱਸਾ ਹੈ। ਹਾਂਜੀ, ਇਹ ਪਹਿਲੇ ਵੀ ਤੁਹਾਨੂੰ ਦੱਸਿਆ ਜਾ ਚੁੱਕਾ ਕਿ ਰਾਜ ਉਦੋਂ ਕੰਪਲੀਟ ਹੁੰਦਾ ਜਦੋਂ ਰਾਜ ਦੇ ਕੋਲ 4 ਜ਼ਰੂਰੀ ਤੱਤ ਹੋਣ, ਤੇ ਜਦੋਂ ਵੀ ਸਰਕਾਰ, ਜਨਸੰਖਿਆ, ਇਲਾਕਾ ਤੇ ਪ੍ਰਭੂ ਸੱਤਾ ਇਕੱਠੇ ਹੋ ਜਾਂਦੇ ਹਨ ਤਾਂ ਇੱਕ ਰਾਜ ਦਾ ਪੂਰਨ ਨਿਰਮਾਣ ਹੋ ਜਾਂਦਾ ਹੈ, ਕੰਪਲੀਟ, ਉਹ ਇੱਕ ਪੂਰਨ ਰਾਜ ਬਣ ਜਾਂਦਾ ਹੈ। ਜਦਕਿ ਸਰਕਾਰ ਜਿਹੜੀ ਹੈ ਉਹ ਰਾਜ ਦਾ ਇੱਕ ਹਿੱਸਾ ਹੈ, ਕਿਉਂਕਿ ਰਾਜ ਵੱਡਾ ਹੈ ਤੇ ਸਰਕਾਰ ਛੋਟੀ ਹੈ। ਰਾਜ ਹਮੇਸ਼ਾ ਬਣਿਆ ਰਹਿੰਦਾ ਹੈ ਤੇ ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ। ਸੈਕੰਡ ਪੁਆਇੰਟ, ਨਿਸ਼ਚਿਤ ਭੂਮੀ ਸੰਬੰਧੀ ਅੰਤਰ। ਹਾਂਜੀ, ਰਾਜ ਤੇ ਸਰਕਾਰ ਵਿੱਚ ਨਿਸ਼ਚਿਤ ਭੂਮੀ ਸੰਬੰਧੀ ਅੰਤਰ ਵੀ ਪਾਇਆ ਜਾਂਦਾ ਹੈ। ਰਾਜ ਦੇ ਕੋਲ ਇੱਕ ਨਿਸ਼ਚਿਤ ਇਲਾਕੇ ਦਾ ਹੋਣਾ ਜ਼ਰੂਰੀ ਹੈ, ਜਦਕਿ ਸਰਕਾਰ ਦੇ ਲਈ ਇਹ ਜ਼ਰੂਰੀ ਨਹੀਂ ਹੈ ਕਿ ਉਸ ਦੇ ਕੋਲ ਇੱਕ ਨਿਸ਼ਚਿਤ ਇਲਾਕਾ ਹੋਵੇ। ਇਸ ਤੋਂ ਇਹ ਸਪਸ਼ਟ ਹੈ ਕਿ ਨਿਸ਼ਚਿਤ ਭੂਮੀ ਸੰਬੰਧੀ ਵੀ ਰਾਜ ਅਤੇ ਸਰਕਾਰ ਵਿੱਚ ਅੰਤਰ ਪਾਇਆ ਜਾਂਦਾ ਹੈ। ਰਾਜ ਜਿਹੜਾ ਹੁੰਦਾ ਹੈ ਉਹ ਭੂਮੀ ਦਾ ਮਾਲਕ ਹੁੰਦਾ ਹੈ, ਜਦਕਿ ਸਰਕਾਰ ਇਸ ਤਰ੍ਹਾਂ ਨਹੀਂ ਹੁੰਦੀ ਹੈ। ਤੀਸਰਾ ਪੁਆਇੰਟ ਹੈ ਜੀ, ਪ੍ਰਭੂ ਸੱਤਾ ਸੰਬੰਧੀ ਅੰਤਰ। ਹਾਂਜੀ, ਰਾਜ ਅਤੇ ਸਰਕਾਰ ਵਿੱਚ ਪ੍ਰਭੂ ਸੱਤਾ ਸੰਬੰਧੀ ਅੰਤਰ ਪਾਇਆ ਜਾਂਦਾ ਹੈ। ਰਾਜ ਦੇ ਕੋਲ ਪ੍ਰਭੂ ਸੱਤਾ ਹੁੰਦੀ ਹੈ ਤੇ ਜਿਹੜੀ ਸਰਕਾਰ ਹੁੰਦੀ ਹੈ ਉਸ ਦੇ ਕੋਲ ਜ਼ਰੂਰੀ ਨਹੀਂ ਹੈ ਕਿ ਉਸ ਦੇ ਕੋਲ ਪ੍ਰਭੂ ਸੱਤਾ ਹੋਵੇਗੀ। ਇਹ ਪ੍ਰਭੂ ਸੱਤਾ ਜਿਹੜੀ ਹੁੰਦੀ ਹੈ ਸਰਕਾਰ ਦੀ ਆਪਣੀ ਨਹੀਂ ਹੁੰਦੀ ਹੈ। ਸਰਕਾਰ ਤਾਂ ਸਿਰਫ ਇਸ ਦੀ ਵਰਤੋਂ ਕਰਦੀ ਹੈ, ਇਸ ਲਈ ਸਰਕਾਰ ਆਪਣੇ ਨਿਸ਼ਚਿਤ ਸਮੇਂ ਲਈ ਇਸ ਦੀ ਵਰਤੋਂ ਕਰਦੀ ਹੈ ਅਤੇ ਫਿਰ ਸਰਕਾਰ ਜਦੋਂ ਬਦਲ ਜਾਂਦੀ ਹੈ, ਪਰ ਰਾਜ ਜਿਹੜਾ ਹੁੰਦਾ ਹੈ, ਕਿਉਂਕਿ ਸਰਕਾਰਾਂ ਬਦਲਦੀਆਂ ਹਨ, ਪਰ ਰਾਜ ਹਮੇਸ਼ਾ ਜਿਹੜਾ ਹੈ ਸਥਿਰ ਹੁੰਦਾ ਹੈ ਤੇ ਉਸ ਦੇ ਕੋਲ ਪ੍ਰਭੂ ਸੱਤਾ ਵੀ ਹਮੇਸ਼ਾ ਬਣੀ ਰਹਿੰਦੀ ਹੈ। ਮੈਂਬਰਸ਼ਿਪ ਸੰਬੰਧੀ ਅੰਤਰ। ਹਾਂਜੀ, ਰਾਜ ਅਤੇ ਸਰਕਾਰ ਵਿੱਚ ਇੱਕ ਬਹੁਤ ਵੱਡਾ ਅੰਤਰ ਹੈ। ਜਿਹੜੇ ਉੱਥੇ ਲੋਕ ਰਹਿੰਦੇ ਹਨ, ਨਾਗਰਿਕ, ਉਹਨਾਂ ਦੀ ਮੈਂਬਰਸ਼ਿਪ ਸੰਬੰਧੀ। ਹਰ ਇੱਕ ਵਿਅਕਤੀ ਜੋ ਰਾਜ ਵਿੱਚ ਰਹਿ ਰਿਹਾ ਹੈ, ਜੋ ਰਾਜ ਦਾ ਨਾਗਰਿਕ ਹੈ, ਉਸ ਦੇ ਕੋਲ ਰਾਜ ਦੀ ਮੈਂਬਰਸ਼ਿਪ ਹੁੰਦੀ ਹੈ। ਪਰ ਸਰਕਾਰ ਦੇ ਲਈ ਇਹ ਜ਼ਰੂਰੀ ਨਹੀਂ ਹੈ, ਕਿਉਂਕਿ ਇਹ ਜ਼ਰੂਰੀ ਨਹੀਂ ਹੈ ਕਿ ਹਰ ਇੱਕ ਵਿਅਕਤੀ ਸਰਕਾਰ ਦਾ ਮੈਂਬਰ ਹੋਵੇਗਾ। ਨੈਕਸਟ ਪੁਆਇੰਟ ਹੈ, ਰਾਜ ਮਾਲਕ ਹੈ ਅਤੇ ਸਰਕਾਰ ਸੇਵਕ। ਹਾਂਜੀ, ਰਾਜ ਅਤੇ ਸਰਕਾਰ ਵਿੱਚ ਇੱਕ ਬਹੁਤ ਵੱਡਾ ਅੰਤਰ ਇਹ ਪਾਇਆ ਜਾਂਦਾ ਹੈ ਕਿ ਰਾਜ ਦੇ ਕੋਲ ਕਿਉਂਕਿ ਨਿਸ਼ਚਿਤ ਭੂਮੀ ਹੁੰਦੀ ਹੈ, ਜਨਸੰਖਿਆ ਹੁੰਦੀ ਹੈ, ਪ੍ਰਭੂ ਸੱਤਾ, ਸਭ ਕੁਝ ਹੁੰਦਾ ਹੈ, ਇਸ ਕਰਕੇ ਉਹ ਇੱਕ ਮਾਲਕ ਹੁੰਦਾ ਹੈ। ਜਦਕਿ ਸਰਕਾਰ ਜਿਹੜੀ ਹੈ ਉਹ ਤਾਂ ਖੁਦ ਰਾਜ ਦਾ ਇੱਕ ਹਿੱਸਾ ਹੈ ਤੇ ਉਹ ਤਾਂ ਇੱਕ ਸੇਵਕ ਦਾ ਕੰਮ ਕਰਦੀ ਹੈ। ਜਿੰਨੀ ਦੇਰ ਤੱਕ ਉਹਨਾਂ ਦੇ ਕੋਲ ਸੱਤਾ ਪ੍ਰਾਪਤ ਹੈ, ਜਨਾਦੇਸ਼ ਪ੍ਰਾਪਤ ਹੈ, ਉਨੀ ਦੇਰ ਤੱਕ ਉਹ ਦੇਸ਼ ਦਾ ਸ਼ਾਸਨ ਚਲਾਉਂਦੀ ਹੈ। ਅਗਲਾ ਪੁਆਇੰਟ, ਰਾਜ ਸਥਿਰ ਹੈ ਅਤੇ ਸਰਕਾਰ ਪਰਿਵਰਤਨਸ਼ੀਲ ਹੁੰਦੀ ਹੈ। ਹਾਂਜੀ, ਇਹ ਪੁਆਇੰਟ ਤੋਂ ਬਹੁਤ ਹੀ ਸਪਸ਼ਟ ਹੈ ਕਿ ਜਿਹੜਾ ਰਾਜ ਹੈ ਉਹ ਹਮੇਸ਼ਾ ਸਥਿਰ ਹੁੰਦਾ ਹੈ, ਕਿਉਂਕਿ ਰਾਜ ਦੇ ਕੋਲ ਜਦੋਂ 4 ਤੱਤ ਹੋ ਜਾਂਦੇ ਹਨ, ਪ੍ਰਭੂ ਸੱਤਾ ਵੀ ਹੋ ਜਾਂਦੀ ਹੈ, ਸਰਕਾਰ ਵੀ ਹੁੰਦੀ ਹੈ, ਨਿਸ਼ਚਿਤ ਇਲਾਕਾ ਵੀ ਹੁੰਦਾ ਹੈ। ਇਹ ਸਾਰੇ ਜਦੋਂ ਤੱਤ ਇਕੱਠੇ ਹੋ ਜਾਂਦੇ ਹਨ ਤਾਂ ਰਾਜ ਪਰਮਾਨੈਂਟ ਬਣ ਜਾਂਦਾ ਹੈ ਤੇ ਉਹ ਸਥਿਰ ਰਹਿੰਦਾ ਹੈ। ਜਦਕਿ ਸਰਕਾਰ ਇੱਕ ਪਰਿਵਰਤਨਸ਼ੀਲ ਧਾਰਨਾ ਹੈ, ਕਿਉਂਕਿ ਇਹ ਅਕਸਰ ਦੇਖਿਆ ਗਿਆ ਹੈ 5 ਸਾਲ ਚੋਣਾਂ ਤੋਂ ਬਾਅਦ ਕਈ ਵਾਰ ਸਰਕਾਰਾਂ ਬਦਲ ਜਾਂਦੀਆਂ ਹਨ ਤੇ ਕਈ ਵਾਰ ਦੁਬਾਰਾ ਵੀ ਸੱਤਾ ਵਿੱਚ ਆ ਜਾਂਦੀਆਂ ਹਨ, ਪਰ ਆਮ ਤੌਰ ਤੇ ਸਰਕਾਰਾਂ ਬਦਲਣ ਦੀ ਇਹ ਪ੍ਰਕਿਰਿਆ ਨੂੰ ਹੀ ਅਸੀਂ ਪਰਿਵਰਤਨਸ਼ੀਲਤਾ ਕਹਿੰਦੇ ਹਾਂ। ਇਸ ਤੋਂ ਇਹ ਸਪਸ਼ਟ ਹੈ ਕਿ ਰਾਜ ਸਥਿਰ ਹੁੰਦਾ ਹੈ ਤੇ ਸਰਕਾਰਾਂ ਪਰਿਵਰਤਨਸ਼ੀਲ ਹੁੰਦੀਆਂ ਹਨ। ਜਿਵੇਂ ਕਿ ਸਾਨੂੰ ਪਤਾ ਹੈ, ਰਾਜ ਜਿਹੜਾ ਭਾਰਤ ਦਾ 1947 ਤੋਂ ਜੋ ਬਣਿਆ ਹੋਇਆ ਅੱਜ ਵੀ ਚੱਲ ਰਿਹਾ ਹੈ, ਉਹ ਪਰਮਾਨੈਂਟ ਹੈ, ਜਦਕਿ ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ। ਜਿਵੇਂ ਪੰਡਿਤ ਨਹਿਰੂ ਜਦੋਂ ਪ੍ਰਧਾਨ ਮੰਤਰੀ ਬਣੇ, ਫਿਰ ਇੰਦਰਾ ਗਾਂਧੀ, ਇਸ ਤਰ੍ਹਾਂ ਹੋਰ ਵੀ BJP ਦੇ ਜਿਹੜੇ ਹਨ, ਅਟਲ ਬਿਹਾਰੀ ਵਾਜਪੇਈ, ਨਰਿੰਦਰ ਮੋਦੀ, ਤੇ ਇਸ ਤੋਂ ਪਹਿਲਾਂ ਮਨਮੋਹਨ ਸਿੰਘ ਦੀ ਸਰਕਾਰ। ਇਸ ਤੋਂ ਸਪਸ਼ਟ ਹੈ ਕਿ ਸਰਕਾਰਾਂ ਪਰਿਵਰਤਨਸ਼ੀਲ ਹਨ, ਉਹ ਬਦਲੀ ਜਾ ਰਹੀਆਂ। ਨੈਕਸਟ ਪੁਆਇੰਟ, ਕਿਸਮਾਂ ਸੰਬੰਧੀ ਅੰਤਰ। ਰਾਜ ਅਤੇ ਸਰਕਾਰਾਂ ਵਿੱਚ ਸਰਕਾਰ ਦੀਆਂ ਕਿਸਮਾਂ ਵਿੱਚ ਵੀ ਅੰਤਰ ਪਾਇਆ ਜਾਂਦਾ ਹੈ। ਰਾਜ ਹਮੇਸ਼ਾ ਇੱਕੋ ਤਰ੍ਹਾਂ ਦੇ ਹੀ ਹੁੰਦੇ ਹਨ,
ਕਿਉਂਕਿ ਚਾਰ ਤੱਤਾਂ ਦੇ ਨਾਲ ਜਦੋਂ ਨਿਰਮਾਣ ਹੁੰਦਾ ਹੈ ਤਾਂ ਇੱਕ ਰਾਜ ਬਣ ਜਾਂਦਾ ਹੈ। ਪਰ ਸਰਕਾਰਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਹਨ, ਕਈ ਕਿਸਮਾਂ ਦੀਆਂ, ਜਿਵੇਂ ਲੋਕਤੰਤਰ ਹੈ, ਰਾਜਤੰਤਰ ਹੈ, ਤਾਨਾਸ਼ਾਹੀ ਹੈ। ਇਸ ਤੋਂ ਸਪਸ਼ਟ ਹੈ ਕਿ ਕਿਸਮਾਂ ਸੰਬੰਧੀ ਵੀ ਰਾਜ ਅਤੇ ਸਰਕਾਰ ਵਿੱਚ ਅੰਤਰ ਪਾਇਆ ਜਾਂਦਾ ਹੈ। ਸਿੱਟਾ ਰਾਜਨੀਤੀ ਸ਼ਾਸਤਰ ਵਿੱਚ ਰਾਜ ਦਾ ਵਿਸ਼ਾ ਬਹੁਤ ਮਹੱਤਵਪੂਰਨ ਸਾਬਤ ਹੋਇਆ ਹੈ। ਵਿਦਵਾਨਾਂ ਨੇ ਇਸ ਵਿਸ਼ੇ ਉੱਤੇ ਬਹੁਤ ਸਾਰੀ ਖੋਜ ਕੀਤੀ ਹੈ। ਇਸ ਵਿਸ਼ੇ ਦੇ ਨਾਲ ਹੀ ਵਿਦਵਾਨ ਸਮਾਜ ਤੇ ਸਰਕਾਰ ਦਾ ਵੀ ਅਧਿਐਨ ਕਰਦੇ ਹਨ। ਪਰ ਜਿਵੇਂ ਅਸੀਂ ਇਹ ਸਾਰੇ ਪੁਆਇੰਟਸ ਪੜ੍ਹੇ ਹਨ, ਇਸ ਤੋਂ ਤਾਂ ਇਹ ਸਪਸ਼ਟ ਹੈ ਕਿ ਰਾਜ ਤੇ ਸਰਕਾਰ ਵਿੱਚ ਵਿਆਪਕ ਅੰਤਰ ਪਾਏ ਜਾਂਦੇ ਹਨ। ਥੈਂਕ ਯੂ।